ਰਿਕੁਐਸਟ ਕਰਦੇ ਹਾਂ ਕਿ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਵੱਖ-ਵੱਖ ਕੰਪਨੀਆਂ ਤੋਂ, ਮਲਟੀਨੈਸ਼ਨਲ ਕੰਪਨੀਆਂ ਤੋਂ, ਹੋਰ ਅਦਾਰਿਆਂ ਤੋਂ ਆਪਣੇ ਪਾਰਟੀ ਵਾਸਤੇ ਜਿਹੜੇ ਆ ਜੋ ਇਲੈਕਸ਼ਨ ਕਮਿਸ਼ਨ ਦਾ ਨਿਰਧਾਰਿਤ ਪ੍ਰੋਸੀਜਰ ਹੈ ਉਹਦੇ ਮੁਤਾਬਕ ਫੰਡ ਲੈਂਦੀਆਂ। ਇਸ ਕਰਕੇ ਜਿਹੜੀ ਰਾਜ ਕਰਦੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਵੀ ਲੈਂਦੀ ਹੈ, ਕਾਂਗਰਸ ਵੀ ਲੈਂਦੀ ਹੈ, ਅਸੀਂ ਵੀ ਲੈਂਦੇ ਹਾਂ, ਦੂਜੀਆਂ ਪਾਰਟੀਆਂ ਵੀ, ਆਮ ਆਦਮੀ ਪਾਰਟੀ ਵੀ, ਸਾਰੇ ਨੈਸ਼ਨਲ ਪਾਰਟੀਆਂ ਨੂੰ ਜ਼ਿਆਦਾ ਮਿਲਦਾ, ਸਟੇਟਾਂ ਦੀਆਂ ਪਾਰਟੀਆਂ ਨੂੰ ਥੋੜ੍ਹਾ ਮਿਲਦਾ, ਲੇਕਿਨ ਨਿਯਮ ਉਹਦੇ ਨਿਰਧਾਰਿਤ ਹੈ। ਮੈਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੈ ਕਿ ਕਿਸੇ ਕੰਪਨੀ ਨੇ ਕਿਸੇ ਪਾਰਟੀ ਨੂੰ ਫੰਡ ਕਿਉਂ ਦਿੱਤੇ, ਪਰ ਇਸ਼ੂ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਦੇ ਪ੍ਰਾਈਵੇਟ ਪਾਵਰ ਪਲਾਂਟ ਲੱਗੇ ਆ 19/11/2009 ਨੂੰ ਜਿਹੜਾ ਰਾਜਪੁਰੇ ਦਾ ਪਲਾਂਟ ਹੈ ਇਹਦਾ ਲੈਟਰ ਆਫ ਇੰਟੈਂਟ ਇਸ਼ੂ ਹੋਇਆ ਸੀ, ਔਰ ਜਦੋਂ ਚਾਹੇ ਇਹ ਪ੍ਰੋਜੈਕਟ ਹੈ ਚਾਹੇ ਤਲਵੰਡੀ ਸਾਬੋ ਵਾਲਾ ਪ੍ਰੋਜੈਕਟ ਹੈ, ਉਦੋਂ ਤੋਂ ਹੀ ਕਾਂਗਰਸ ਪਾਰਟੀ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਸੁਨੀਲ ਜਾਖੜ ਜੀ ਨੇ, ਸਾਰੀ ਇਹਨਾਂ ਦੀ ਬਾਕੀ ਕਾਂਗਰਸ ਪਾਰਟੀ ਨੇ ਲਗਾਤਾਰ ਇਹ ਰੱਟ ਲਾਈ ਹੋਈ ਹੈ ਕਿ ਇਹ ਜਿਹੜੇ ਸਮਝੌਤੇ ਹੋਏ ਆ, PPA ਐਗਰੀਮੈਂਟ ਹੋਏ ਆ, ਇਹ ਗਲਤ ਹੋਇਆ। ਹੁਣ ਸਵਾਲ ਇਸ ਗੱਲ ਦਾ ਹੈ ਕਿ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਕੰਪਨੀਆਂ ਨੇ ਉਸ ਵੇਲੇ ਦੀ ਜਿਹੜੀ ਸਰਕਾਰ ਹੈ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਉਹਨਾਂ ਨੇ ਉਹਨਾਂ ਦੇ ਨਾਲ ਗਲਤ ਸਮਝੌਤੇ ਕੀਤੇ ਆ। ਬਹੁਤ ਤਰ੍ਹਾਂ ਦੀਆਂ ਐਲੀਗੇਸ਼ਨ ਤੁਸੀਂ ਜਿਹੜੀਆਂ ਵਿਧਾਨ ਸਭਾ ਦੇ ਅੰਦਰ ਵੀ, ਵਿਧਾਨ ਸਭਾ ਦੇ ਬਾਹਰ ਵੀ ਲਗਾਤਾਰ ਲਗਾਈਆਂ, ਤੇ ਕੰਪਨੀਆਂ ਦੇ ਉੱਤੇ ਵੀ ਤੁਸੀਂ ਲਗਾਤਾਰ ਅਟੈਕ ਕਰਦੇ ਰਹੇ ਹੋ, ਥ੍ਰੈਟਨ ਵੀ ਕਰਦੇ ਰਹੇ ਹੋ ਕਿ ਜਦੋਂ ਸਾਡੀ ਸਰਕਾਰ ਦੁਬਾਰਾ ਆਈ ਅਸੀਂ ਤੁਹਾਡੇ ਸਾਰੇ ਸਮਝੌਤੇ ਜਿਹੜੇ ਆ ਉਹ ਰੱਦ ਕਰ ਦਿਆਂਗੇ। ਤੁਸੀਂ ਇਹ ਧਮਕੀ ਵੀ ਲਗਾਤਾਰ ਉਹਨਾਂ ਕੰਪਨੀਆਂ ਨੂੰ ਦਿੰਦੇ ਰਹੇ। ਜਿਸ ਕੰਪਨੀ ਨੂੰ ਤੁਸੀਂ ਮਾਲ ਪ੍ਰੈਕਟਿਸ ਵਾਸਤੇ ਅਕਿਊਜ਼ ਕਰ ਰਹੇ ਹੋ, ਉਸੇ ਕੰਪਨੀ ਤੋਂ ਤੁਸੀਂ ਫੰਡ, ਇੰਨੇ ਵੱਡੇ ਫੰਡ L&T ਕੋਲੋਂ ਇਹਨਾਂ ਨੇ 2010 ਦੇ ਵਿੱਚ 11, 12, 14 ਦੇ ਵਿੱਚ ਤੱਕ 8 ਕਰੋੜ 25 ਲੱਖ ਜਿਹੜਾ ਹੁਣ ਤੱਕ ਦਾ ਅਖਬਾਰਾਂ ਦੇ ਵਿੱਚ ਛਪਿਆ, ਉਹਦੇ ਮੇਰੇ ਕੋਲ ਵੀ ਕੁਝ ਹੋਰ ਵੀ ਸਬੂਤ ਹੈ, 8 ਕਰੋੜ 25 ਲੱਖ ਤੁਸੀਂ ਕੰਪਨੀ ਤੋਂ ਪੈਸਾ ਲੈ ਲਿਆ। ਲੈ ਤੁਸੀਂ ਉਸ ਕੰਪਨੀ ਤੋਂ ਰਹੇ ਹੋ ਜਿਹਦੇ ਬਾਰੇ ਤੁਸੀਂ ਇਹ ਅਕਿਊਜ਼ ਕਰ ਰਹੇ ਹੋ, ਸਾਰੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ। ਬੜੀਆਂ ਸਟੇਟਮੈਂਟਾਂ ਮੁੱਖ ਮੰਤਰੀ ਸਾਹਿਬ ਦੀਆਂ, ਜਾਖੜ ਸਾਹਿਬ ਦੀਆਂ, ਸਿੱਧੂ ਸਾਹਿਬ ਦੀਆਂ, ਬਾਕੀ ਹੋਰ ਲੀਡਰਾਂ ਦੀਆਂ, ਆਮ ਆਦਮੀ ਪਾਰਟੀ ਵਾਲਿਆਂ ਦੀਆਂ। ਤੇ ਇੱਕ ਪਾਸੇ ਤੁਸੀਂ ਅਖਬਾਰਾਂ ਦੇ ਵਿੱਚ ਰੋਜ਼ ਜਿਹੜੀ ਹੈਗੀ ਆ ਪਾਵਰ ਪਲਾਂਟ ਲਾਉਣ ਵਾਲੀ ਸਰਕਾਰ ਨੂੰ ਕੋਸਦੇ ਹੋ, ਕਰਪਸ਼ਨ ਦੀ ਐਲੀਗੇਸ਼ਨ ਲਾਉਂਦੇ ਹੋ, ਕੰਪਨੀ ਦੇ ਉੱਤੇ ਕਈ ਤਰ੍ਹਾਂ ਦੇ ਕੁਐਸਚਨ ਖੜੇ ਕਰਦੇ ਹੋ, ਤੇ ਦੂਜੇ ਪਾਸੇ ਤੁਸੀਂ L&T ਨੂੰ 8.25 ਕਰੋੜ ਰੁਪਈਆ ਉਹਦੇ ਤੋਂ ਚੁੱਪ ਕਰਕੇ ਚੈੱਕ ਲੈ ਕੇ ਪਾਰਟੀ ਦੇ ਖਾਤੇ 'ਚ ਪਾਈ ਜਾਂਦੇ ਹੋ, ਤੇ ਵਿਦਾਂਤਾ ਗਰੁੱਪ ਕੋਲੋਂ ਵੀ 8 ਕਰੋੜ ਰੁਪਈਆ ਤੁਸੀਂ ਲੈ ਕੇ ਚੈੱਕ ਜਿਹੜੇ ਆ ਵੱਖ-ਵੱਖ ਡੇਟਾਂ ਦੇ ਵਿੱਚ ਇਸੇ ਸਮੇਂ ਦੇ ਦੌਰਾਨ ਤੁਸੀਂ ਲੈ ਕੇ ਆਪਣੀਆਂ ਕੰਪਨੀਆਂ ਦੇ, ਆਪਣੇ ਪਾਰਟੀ ਦੇ ਖਾਤੇ ਦੇ ਵਿੱਚ ਪਾਈ ਜਾਂਦੇ ਹੋ, ਜਿਵੇਂ ਕਿ ਇਹਦੇ ਕੋਲੋਂ 10 ਲੱਖ ਰੁਪਈਆ ਲੈ ਕੇ ਤੁਸੀਂ ਆਪਣੇ ਖਾਤੇ ਦੇ ਵਿੱਚ ਪਾਉਂਦੇ ਹੋ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ, ਸੁਨੀਲ ਜਾਖੜ ਜੀ ਨੂੰ, ਕਿ ਜਦੋਂ ਤੁਹਾਨੂੰ ਪਤਾ ਸੀ ਕਿ ਤੁਸੀਂ ਕਹਿ ਰਹੇ ਸੀ, ਅਲੈਜ ਕਰ ਰਹੇ ਸੀ ਲਗਾਤਾਰ ਕਿ ਆਹ ਕੰਮ ਗਲਤ ਹੋਇਆ, ਸਮਝੌਤੇ ਗਲਤ ਹੋਇਆ, ਨਾਲ ਲੋਕਾਂ ਨੂੰ ਇਹ ਭਰੋਸਾ ਦਿਵਾ ਰਹੇ ਸੀ ਕਿ ਇਹ ਕੈਂਸਲ ਕਰਾਂਗਾ, ਤੇ ਤੁਸੀਂ ਇਹ 16 ਕਰੋੜ ਇਹਨਾਂ ਕੋਲੋਂ ਐਡਵਾਂਸ ਕਾਹਦੇ ਵਾਸਤੇ ਫੜਿਆ ਸੀ? ਇਹ ਤਾਂ ਜਿਹੜਾ ਚੈੱਕ ਨਹੀਂ ਆਇਆ, ਕੋਈ ਹੋਰ ਵੀ ਆਇਆ ਹੋਣਾ, ਪਰ ਮੈਂ ਉਸੇ ਅਮਾਊਂਟ ਦਾ ਹਿਸਾਬ ਪੁੱਛਦਾ ਕਿ ਤੁਸੀਂ ਉਹਨਾਂ ਕੰਪਨੀਆਂ ਕੋਲੋਂ ਜਿਨ੍ਹਾਂ ਨੂੰ ਇਹ ਥ੍ਰੈਟਨ ਕੀਤਾ ਸੀ ਕਿ ਅਸੀਂ ਤੁਹਾਡੇ 2012 'ਚ ਕੁਦਰਤੀ ਸਰਕਾਰ ਨਹੀਂ ਆਈ, ਪਰ ਤੁਸੀਂ ਤੇ ਧਮਕੀ ਦਿੱਤੀ ਸੀ ਉਹਨਾਂ ਨੂੰ ਕਿ ਜਿਹੜਾ ਹੈਗਾ ਫਿਰ ਤੁਸੀਂ ਕਿੱਦਾਂ ਜਾਓ। ਇਹਦਾ ਜਵਾਬ ਮੈਂ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਤੁਸੀਂ ਵਾਈਟ ਪੇਪਰ ਸਾਡੇ ਖਿਲਾਫ ਜਾਰੀ ਕਰਨਾ ਸੀ ਉਹ ਤਾਂ ਤੁਹਾਡੇ ਕੋਲ ਜਾਰੀ ਨਹੀਂ ਹੋਇਆ, ਹੁਣ ਇਹਦਾ ਵਾਈਟ ਪੇਪਰ ਜਿਹੜਾ ਉਹ ਕਾਂਗਰਸ ਪਾਰਟੀ ਦਾ ਵੀ ਤੇ ਸਰਕਾਰ ਦਾ ਵੀ, ਇਹ ਸਾਨੂੰ ਜ਼ਰੂਰ ਦੱਸੋ ਕਿ ਜਿਹੜਾ ਇਹ ਤੁਸੀਂ ਪੈਸੇ ਕਿਉਂ ਲੈਂਦੇ ਨੇ। ਔਰ ਕੁਝ ਮੈਂ ਵੀ ਦੱਸ ਦੇਣਾ ਜਿੰਨੀ ਕੁ ਮੈਨੂੰ ਗਿਆਨ ਹੈ, ਕਿਉਂਕਿ 18/1/2010 ਨੂੰ ਜਿਹੜੇ ਸ਼ੇਅਰ ਪਰਚੇਜ਼ ਐਗਰੀਮੈਂਟ ਸਾਈਮਲਟੇਨੀਅਸਲੀ
PPA ਸਾਈਨ ਹੋਏ ਸੀ। 2014 ਦੇ ਵਿੱਚ ਇਹ ਕੰਪਨੀਆਂ ਚਲੀਆਂ ਗਈਆਂ ਸੀ ਸਰਕਾਰ ਦੇ ਖਿਲਾਫ, ਉਦੋਂ ਸਾਡੀ ਸਰਕਾਰ ਸੀ, ਕਿ ਸਾਨੂੰ ਕੋਲ ਵਾਸ਼ ਚਾਰਜਸ ਜਿਹੜੇ ਆ ਉਹ ਪੇ ਕੀਤੇ ਜਾਣ ਸਮਝੌਤੇ ਤੋਂ ਇਲਾਵਾ। ਔਰ ਇਹਨਾਂ ਨੇ ਜਿਹੜੀ ਹੈ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦੇ ਕੋਲੇ ਸਾਡੀ ਸਰਕਾਰ ਦੇ ਖਿਲਾਫ ਜਿਹੜਾ ਉਹ ਪਟੀਸ਼ਨ ਫਾਈਲ ਕਰ ਦਿੱਤੀ। ਅਸੀਂ ਕੇਸ ਲੜਿਆ। 1/2/2016 ਨੂੰ ਸਾਡੇ ਹੱਕ ਦੇ ਵਿੱਚ ਫੈਸਲਾ ਹੋ ਗਿਆ, ਕੰਪਨੀਆਂ ਦੀ ਪਟੀਸ਼ਨ ਡਿਸਮਿਸ ਹੋ ਗਈ। ਇਸ ਤੋਂ ਬਾਅਦ ਅਪੀਲ ਨੰਬਰ 64 2016 ਦੇ ਵਿੱਚ ਇਹ ਕੰਪਨੀਆਂ ਸਾਡੇ ਖਿਲਾਫ ਐਪਟਲ ਜਿਹੜਾ ਨੈਕਸਟ ਲੈਵਲ ਦਾ ਟ੍ਰਿਬਿਊਨਲ ਹੈ ਬਿਜਲੀ ਦੇ ਸਮਝੌਤਿਆਂ ਦੀ ਸੁਣਵਾਈ ਕਰਨ ਵਾਸਤੇ ਅਦਾਲਤ ਹੈ, ਇਹਨਾਂ ਨੇ ਸਾਡੇ ਖਿਲਾਫ ਉੱਥੇ ਕੇਸ ਫਾਈਲ ਕੀਤਾ। ਉੱਥੇ ਵੀ ਅਸੀਂ ਪੂਰਾ ਡਿਫੈਂਡ ਕਰਕੇ ਸਮਝੌਤਿਆਂ ਨੂੰ, ਤੇ 14/12/16 ਨੂੰ ਐਪਟਲ ਦੇ ਵਿੱਚੋਂ ਇਹ ਕੇਸ ਜਿਹੜਾ ਇਹਨਾਂ ਦਾ ਕੰਪਨੀਆਂ ਦਾ ਰਿਜੈਕਟ ਕਰਾਇਆ। 2017 ਦੇ ਵਿੱਚ ਸਰਕਾਰ ਬਦਲ ਗਈ ਤੇ ਕੰਪਨੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਸਿਵਲ ਅਪੀਲ 179/2017 ਉਹ ਫਾਈਲ ਕੀਤੀ। ਹੁਣ ਕੈਪਟਨ ਅਮਰਿੰਦਰ ਸਿੰਘ ਹਰਨ ਦੀ ਸਰਕਾਰ ਆ ਗਈ। ਆ ਪੈਸੇ ਵੇਖਿਓ ਵਾਪਸ ਕਿੱਦਾਂ ਹੁੰਦੇ, ਫਾਇਦਾ ਕਿੱਦਾਂ ਬਚਾਇਆ ਜਾਂਦਾ। ਇਹਨਾਂ ਨੇ ਜਾਣ ਬੁੱਝ ਕੇ ਸੁਪਰੀਮ ਕੋਰਟ ਦੇ ਵਿੱਚ ਗਲਤ ਤੱਥ ਪੇਸ਼ ਕੀਤੇ ਔਰ ਉਹਦੇ ਕਰਕੇ 2500 ਕਰੋੜ ਰੁਪਈਆ ਜਿਹੜਾ ਪੰਜਾਬ ਸਰਕਾਰ ਨੇ ਇਹਨਾਂ ਨੂੰ ਦੇਣਾ ਮਿਲਦਾ, ਕੰਪਨੀਆਂ ਨੂੰ 2500 ਕਰੋੜ ਰੁਪਈਆ। ਮੈਂ ਤੁਹਾਨੂੰ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਆ ਉਹਦੇ ਤੱਥ ਵੀ ਪੜ੍ਹ ਦੇਣਾ, ਜਿਹੜਾ ਉਹਦੇ ਵਿੱਚ ਖਾਸ ਤੌਰ ਤੇ ਜਿਹੜਾ ਇਹਦਾ ਲਿਖਿਆ ਹੋਇਆ, ਜਿਹੜੀ ਜੱਜਮੈਂਟ ਦੇ ਜਿਹੜੀ 68 ਨੰਬਰ ਜਿਹੜਾ ਪੁਆਇੰਟ ਹੈ, ਤੁਸੀਂ ਧਿਆਨ ਨਾਲ ਸੁਣਿਓ ਵੀ ਸੁਪਰੀਮ ਕੋਰਟ ਕੀ ਕਹਿ ਰਹੀ ਹੈ। ਕੇਸ ਹਾਰ ਰਹੀ ਹੈ ਸਰਕਾਰ, ਪਰ ਸੁਪਰੀਮ ਕੋਰਟ ਨੂੰ ਲਿਖਣਾ ਪੈ ਰਿਹਾ ਕਿ ਤੁਸੀਂ ਜਾਣਬੁੱਝ ਕੇ ਕੇਸ ਹਾਰ ਰਹੇ ਹੋ। ਕੀ ਕਹਿ ਰਿਹਾ? We have no hesitation in concluding that the point at which the calorific value of coal is to be measured is at project site. ਰੌਲਾ ਕਿਸ ਗੱਲ ਦਾ ਸੀ ਕਿ ਕੰਪਨੀ ਕਹਿੰਦੀ ਸੀ ਕਿ ਕਲੋਰੀਫਿਕ ਵੈਲਿਊ ਪਲਾਂਟ ਦੀ ਜਿਹੜੀ ਸਾਈਟ ਹੈ ਉੱਥੇ ਜਾ ਕੇ ਟੈਸਟ ਹੁੰਦੀ ਹੈ। ਇਹਨਾਂ ਨੇ ਗਲਤ ਤੱਥ ਪੇਸ਼ ਕਰ ਦਿੱਤੇ ਸੁਪਰੀਮ ਕੋਰਟ 'ਚ ਕਿ ਨਹੀਂ ਜੀ, ਉੱਥੇ ਤੇ ਸਾਡੇ ਕੋਲੇ ਕੋਈ ਢੰਗ ਤਰੀਕਾ ਹੀ ਨਹੀਂ, ਕੋਈ ਇਕਵਿਪਮੈਂਟ ਹੀ ਨਹੀਂ, ਅਸੀਂ ਪਲਾਂਟ ਦੇ ਉੱਤੇ ਚੈੱਕ ਕਰ ਹੀ ਨਹੀਂ ਸਕਦੇ। ਪਰ ਜਦੋਂ ਕੰਪਨੀ ਨੇ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਤੇ ਕੰਪਨੀ ਦੇ ਦਸਤਖਤ ਕੀਤੇ ਹੋਏ ਸਾਰੇ ਸਾਲਾਂ ਦੇ ਡਾਕੂਮੈਂਟ ਪ੍ਰੋਡਿਊਸ ਕੀਤੇ ਤੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ, ਕੰਪਨੀ ਸੱਚੀ ਹੈ। ਉੱਥੇ ਇਹ ਤੱਥ ਸੁਪਰੀਮ ਕੋਰਟ ਲਿਖਦੀ ਹੈ, this is belied by the sample reports of different financial years filed by appellant along with the synopsis. It is surprising how such a bald denial was made despite the position existing at the site. ਕੋਰਟ ਕਹਿ ਰਹੀ ਹੈ ਵੀ ਇਹ ਨੰਗਾ ਚਿੱਟਾ ਝੂਠ ਤੁਸੀਂ ਅਦਾਲਤ ਵਿੱਚ ਕਿਉਂ ਬੋਲਿਆ, ਜਦੋਂ ਕਿ ਤੁਸੀਂ ਇੰਨੇ ਸਾਲ ਰਿਪੋਰਟਾਂ ਸਾਈਨ ਕਰਕੇ ਕਲੋਰੀਫਿਕ ਵੈਲਿਊ ਦੀਆਂ ਉਹਨਾਂ ਦੇ ਨਾਲ ਸਾਂਝੀਆਂ ਰਿਪੋਰਟਾਂ ਸਾਈਨ ਕਰਕੇ ਉਹਨਾਂ ਨੂੰ ਕਾਪੀਆਂ ਦੇ ਰਹੇ ਹੋ, ਤੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਐਡਾ ਵੱਡਾ ਝੂਠ ਕਿਉਂ ਬੋਲਿਆ। ਇਹ ਤਾਂ ਹੁਣ ਪੰਜਾਬ ਸਰਕਾਰ ਦੱਸੇ, ਐਡਵੋਕੇਟ ਜਨਰਲ ਸਾਹਿਬ ਦੱਸਣ ਕਿ 2500 ਕਰੋੜ ਰੁਪਈਆ ਜਿਹੜਾ ਇਹ ਪੰਜਾਬ ਨੂੰ ਪਿਆ ਇਸ ਜਿਹੜੀ ਮਿਲੀ ਭੁਗਤ ਕਰਕੇ, ਤੇ ਜਿਹੜਾ ਉਸ ਤੋਂ ਬਾਅਦ ਲਗਾਤਾਰ ਪੇ ਕਰਨਾ ਉਹ ਇਸ ਤੋਂ ਲੱਗ, ਇਹ ਤਾਂ ਉਸ ਡੇਟ ਤੱਕ ਆ 2017 ਤੱਕ, ਕਿਉਂਕਿ ਉਸ ਤੋਂ ਬਾਅਦ ਇਹਨਾਂ ਨੇ ਮੰਨ ਲਿਆ ਕਿ ਅਸੀਂ ਕੋਲ ਵਾਸ਼ਿੰਗ ਚਾਰਜਸ ਪੇ ਕਰਨੇ ਆ ਤੇ ਲਗਾਤਾਰ ਮੰਥਲੀ ਉਸ ਤੋਂ ਬਾਅਦ ਲਗਾਤਾਰ ਪੇ ਕਰ ਰਿਹਾ। ਉਹ ਕਿੰਨੇ ਹਜ਼ਾਰ ਕਰੋੜ ਹੋ ਗਿਆ, ਉਹ ਇਸ ਤੋਂ ਵੱਖਰਾ। ਇਸ ਕਰਕੇ ਮੈਂ ਤੁਹਾਨੂੰ ਕਲੀਅਰ ਕਰਨੀ ਚਾਹੁੰਦਾ ਕਿ ਇਹ ਜਿਹੜੇ ਫੰਡ ਆਏ ਆ ਇਹ ਕੰਪਨੀ ਕੋਈ ਅਣਜਾਣ ਨਹੀਂ ਹੈ ਜਿਨ੍ਹਾਂ ਨੇ ਇੰਨੇ ਕਰੋੜ ਦੇ ਦਿੱਤੇ। ਉਹਦੇ ਬਦਲੇ 'ਚ 2500 ਕਰੋੜ ਰੁਪਈਆ ਇੱਕ ਹੋਰ ਕੰਪਨੀ ਹੈ ਐਮਟਾ, ਜਿਹਨੇ ਕੋਲ ਮਾਈਨ ਤੋਂ ਮਾਈਨਿੰਗ ਕਰਨੀ ਸੀ, ਉਹਦਾ ਵੀ ਆਰਬਿਟਰੇਟਰ ਕੋਲੋਂ ਫੈਸਲਾ ਹੋ ਗਿਆ ਸਰਕਾਰ ਦੇ ਖਿਲਾਫ, ਤੇ 2.5 ਸਾਲ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਦੇ ਅਫਸਰ ਸਾਹਿਬਾਨ ਨੇ ਹਾਈ ਕੋਰਟ ਵਿੱਚ ਪਟੀਸ਼ਨ ਫਾਈਲ ਨਹੀਂ ਕੀਤੀ, ਉਹਦੇ ਖਿਲਾਫ ਰਿਵਿਊ ਪਟੀਸ਼ਨ ਨਹੀਂ ਫਾਈਲ ਕੀਤੀ। ਜਦੋਂ 2.5 ਸਾਲ ਬਾਅਦ ਹਾਈ ਕੋਰਟ 'ਚ ਗਏ ਤੇ ਹਾਈ ਕੋਰਟ ਨੇ ਫਾਈਲ ਚੱਕ ਕੇ ਥੱਲੇ ਮਾਰੀ ਕਿ ਤੁਸੀਂ 2.5 ਸਾਲ ਕਿੱਥੇ ਸੁੱਤੇ ਪਏ ਸੀ, ਕਿ ਜੇ 1600 ਕਰੋੜ ਦੀ ਪੈਨਲਟੀ ਪਈ ਸਰਕਾਰ ਨੂੰ
ਆਰਬਿਟਰੇਟਰ ਕੋਲੋਂ, ਤੇ ਇਹਨਾਂ ਨੂੰ ਅਗਲੇ ਦਿਨ ਨੀਂਦ ਨਹੀਂ ਸੀ ਆਉਣੀ ਚਾਹੀਦੀ, ਜਾ ਕੇ ਫਟਾਫਟ ਹਾਈ ਕੋਰਟ 'ਚ ਸਟੇ ਲੈਣਾ ਚਾਹੀਦਾ ਸੀ। ਇਹ 2.5 ਸਾਲ ਲਗਾਤਾਰ ਜਿਹੜੇ ਆ ਇਹ ਉੱਥੇ ਨਹੀਂ ਗਏ, ਤੇ ਦੋਨੇ ਮਿਲਾ ਕੇ 4100 ਕਰੋੜ ਰੁਪਈਆ ਜਿਹੜਾ ਕੰਪਨੀਆਂ ਨੂੰ ਉਹ ਦਿੱਤਾ ਗਿਆ। ਇਹ ਜਸਟੀਫਿਕੇਸ਼ਨ ਹੈ ਕਿ ਜਿਹੜੇ ਫੰਡ ਤੁਸੀਂ ਚੁੱਪ ਕਰਕੇ ਲੈਂਦੇ ਹੋ, ਇਹ ਤਾਂ ਚੈੱਕ ਵਾਲਾ ਅਮਾਊਂਟ ਮੈਂ ਦੱਸ ਰਿਹਾ, ਜੋ ਕੁਝ ਬਾਕੀ ਇਹਦੇ ਵਿੱਚ ਹੋਇਆ। ਅਸੀਂ ਗਵਰਨਰ ਸਾਹਿਬ ਕੋਲੇ 2020 ਦੇ ਵਿੱਚ ਇਹ ਮੈਮੋਰੰਡਮ ਹੈ ਮੇਰੇ ਕੋਲ ਉਸ ਵੇਲੇ ਦਾ, ਪ੍ਰਧਾਨ ਸਾਹਿਬ ਦੇ ਕੇ ਆਏ ਸੀ, ਨਾਲ ਮੈਂ ਵੀ ਗਿਆ ਸੀ। 15 ਜਨਵਰੀ 2020 ਨੂੰ ਗਵਰਨਰ ਸਾਹਿਬ ਨੂੰ ਕਿਹਾ ਸੀ ਕਿ ਇਹਦੀ CBI ਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਕਿਉਂਕਿ ਜਿਸ ਬੰਦੇ ਨੇ ਅਦਾਲਤ ਦੇ ਵਿੱਚ ਗਲਤ ਤੱਥ ਪੇਸ਼ ਕੀਤੇ ਸੀ ਉਸ ਦੀ ਰਿਸਪੌਂਸਿਬਿਲਟੀ ਕਿਉਂ ਨਹੀਂ ਫਿਕਸ ਹੋਈ, ਕਿਉਂਕਿ ਇਸ਼ਾਰਾ ਉੱਤੋਂ ਸੀ। ਮਹਿਕਮਾ ਮੁੱਖ ਮੰਤਰੀ ਸਾਹਿਬ ਕੋਲੇ ਆ, ਇਸ ਲਈ ਉਹ ਦੱਸ ਸਕਦੇ ਆ ਕਿ ਰਿਸਪੌਂਸਿਬਿਲਟੀ ਕਿਉਂ ਨਹੀਂ ਫਿਕਸ ਹੋਈ ਕਿ ਜਿਸ ਬੰਦੇ ਦੇ ਗਲਤੀ ਕਰਨ ਦੇ ਨਾਲ 2500 ਕਰੋੜ ਰੁਪਈਆ ਜਿਹੜਾ ਸਰਕਾਰ ਨੂੰ ਦੇਣਾ ਪਿਆ, ਉਹਦੀ ਜਿਹੜੀ ਰਿਸਪੌਂਸਿਬਿਲਟੀ ਆ ਉਹ ਕਿਉਂ ਨਹੀਂ ਫਿਕਸ ਕੀਤੀ ਗਈ। ਇਸ ਲਈ ਇਹ ਤਾਂ ਹੈਗਾ ਜਿਹੜੀ ਅਸੀਂ ਮੰਗ ਕਰਦੇ ਹਾਂ ਕਿ ਇਹਦੀ ਸਾਰੇ ਦੀ CBI ਇਨਕੁਆਇਰੀ ਹੋਣੀ ਚਾਹੀਦੀ, ਕਿਉਂਕਿ ਅਸੀਂ ਤੇ ਗਵਰਨਰ ਸਾਹਿਬ ਨੂੰ ਉਦੋਂ ਲਿਖ ਕੇ ਦਿੱਤਾ ਸੀ, ਪਰ ਆਹ ਤੱਥ ਹੁਣ ਨਵੇਂ ਸਾਹਮਣੇ ਆਏ। ਅਸੀਂ ਉਦੋਂ ਵੀ ਕਿਹਾ ਸੀ, ਉਦੋਂ ਤੇ ਅਸੀਂ ਜੋ ਅੰਦਾਜ਼ੇ ਨਾਲ ਕਿਹਾ ਸੀ ਕਿ ਇਹਦੇ 'ਚ ਪੈਸੇ ਦਾ ਬਹੁਤ ਵੱਡਾ ਲੈਣ ਦੇਣ ਹੋਇਆ, ਕਿਉਂਕਿ ਐਡਾ ਵੱਡਾ ਗਲਤ ਰਿਕਾਰਡ ਅਦਾਲਤ ਵਿੱਚ ਮੁੱਖ ਮੰਤਰੀ ਸਾਹਿਬ, ਮੰਤਰੀ ਸਾਹਿਬਾਨਾਂ ਦੀ AG ਆਫਿਸ ਦੀ ਬੜੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਪਰ ਅੱਜ ਜਿਹੜੇ ਤੱਥ ਛਪੇ ਆ ਇਹ ਸਬੂਤ ਹੈ ਉਸ ਚੀਜ਼ ਦਾ। ਇਸ ਕਰਕੇ ਇੱਕ ਤਾਂ ਇਹਦਾ ਜਵਾਬ ਪੁੱਛਦੇ ਆ, ਦੂਜਾ ਹੁਣ ਜਿਹੜੀ ਨਵੀਂ ਪਾਰਟੀ ਆਈ ਹੈ ਆਮ ਆਦਮੀ ਪਾਰਟੀ ਸਾਡੀ ਝਾੜੂ ਵਾਲੀ, ਉਹ ਵੀ ਹੁਣ ਫੇਰ ਲੱਗੇ ਹੋਏ ਆ ਸਾਜ਼ਿਸ਼ਾਂ ਰਚਣ ਵਾਸਤੇ, ਕਿਉਂਕਿ ਅੱਗੇ ਹੀ ਪੰਜਾਬ ਦਾ ਬਿਜਲੀ ਦੇ ਮਾਮਲੇ 'ਚ ਭੱਠਾ ਬੈਠਾ, ਤੇ ਉਹ ਵੀ ਹੁਣ ਲੱਗੇ ਆ ਫਰਦਰ ਕਿ ਮੈਂ ਵੀ ਇੱਕ ਅੱਧਾ ਝਟਕਾ ਦੇ ਕੇ ਤੇ ਬਾਕੀ ਹੁਣ ਮੈਂ ਵੀ ਇਹ ਤੋਂ ਕਮਾਈ ਕਰਾਂ, ਕਿਉਂਕਿ ਉਹਨਾਂ ਦੀ ਨੀਅਤ ਵੀ ਉਸੇ ਪਾਸੇ ਜਾ ਰਹੀ ਆ ਕਿ ਉਹਨਾਂ ਨੇ ਜਿਹੜਾ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਫਟਾਫਟ ਇੱਕ ਜਿਹੜੀ ਹੈ IIT ਦੀ ਇੱਕ ਰਿਪੋਰਟ ਨੂੰ ਆਧਾਰ ਬਣਾ ਕੇ ਤੇ ਦਿੱਲੀ ਤੋਂ ਜਿਹੜੇ 300 ਕਿਲੋਮੀਟਰ ਦੇ ਵਿੱਚ 10 ਥਰਮਲ ਪਲਾਂਟ ਹੈ ਉਹਨਾਂ ਨੂੰ ਬੰਦ ਕਰਨ ਦਾ ਆਰਡਰ ਕਰਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ 4 ਸਾਡੇ ਪੰਜਾਬ ਦੇ। ਔਰ ਮੈਂ ਅੱਜ ਭਗਵੰਤ ਮਾਨ ਜੀ ਨੂੰ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਕਿ ਅਸੀਂ ਤਾਂ ਸਿਰਫ ਅਪਗ੍ਰੇਡੇਸ਼ਨ ਵਾਸਤੇ ਕਿਹਾ। ਚਲੋ ਵਿਚਾਰਿਆਂ ਨੂੰ ਜਿੰਨਾ ਕੁ ਦੱਸਿਆ ਹੋਏਗਾ ਉਹਨੇ ਉਹਨਾਂ ਬੋਲ ਦਿੱਤਾ, ਪਰ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਇਹ ਤੁਹਾਡੀ ਪਟੀਸ਼ਨ ਦੀ ਕਾਪੀ ਹੈ ਜਿਹੜੀ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੀ ਹੈ। ਇਹ ਤੁਹਾਡੀ ਉਸ ਪਟੀਸ਼ਨ ਦੀ ਕਾਪੀ ਹੈ, ਇਹਦਾ 60 ਨੰਬਰ ਪੇਜ ਤੇ 28 ਨੰਬਰ ਪੁਆਇੰਟ ਮੈਂ ਪੜ੍ਹਨ ਲੱਗਿਆ। In view of the above, this writ petition is being filed seeking closure of 10 thermal plants. Closure ਮੰਗ ਰਹੇ ਹੋ ਤੁਸੀਂ, ਕਿਉਂ ਮੰਗ ਰਹੇ ਹੋ? ਕਿਉਂਕਿ ਅੱਗੇ ਹੀ ਭੱਠਾ ਬੈਠਾ ਪਿਆ ਤੇ ਤੁਸੀਂ ਚਾਹੁੰਦੇ ਸੀ ਵੀ ਕਿਸੇ ਤਰੀਕੇ ਜੇ ਸਾਨੂੰ ਆਰਡਰ ਮਿਲ ਜਾਵੇ ਤੇ ਪੰਜਾਬ ਸਾਰਾ ਹੀ ਹਨੇਰੇ ਦੇ ਵਿੱਚ ਡੁੱਬ ਜਾਵੇ ਤੇ ਸਾਨੂੰ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣੀਆਂ ਹੋਰ ਸੌਖੀਆਂ ਹੋ ਜਾਣਗੀਆਂ ਤੇ ਅਸੀਂ ਆ ਕੰਪਨੀਆਂ ਨੂੰ ਵੀ ਬਲੈਕਮੇਲ ਕਰ ਲਾਂਗੇ। ਜਿਵੇਂ ਕਾਂਗਰਸ ਪਹਿਲਾਂ ਲੈ ਗਈ ਇਵੇਂ ਅਸੀਂ ਵੀ ਇਹਨਾਂ ਨੂੰ ਲੁੱਟ ਲਵਾਂਗੇ। ਪੂਰਾ ਪੜ੍ਹ ਦਿੰਦਾ ਮੈਂ ਦੁਬਾਰਾ, ਭਗਵੰਤ ਮਾਨ ਜੀ ਨੂੰ ਇੱਕ ਵਾਰੀ ਫੇਰ ਟੈਲੀਫੋਨ ਕਰਕੇ ਪੁੱਛ ਲਿਓ। ਕਹਿੰਦੇ ਸੀ ਉਹ ਤਾਂ ਅਪਗ੍ਰੇਡੇਸ਼ਨ ਵਾਸਤੇ ਅਸੀਂ ਪਾਈ ਹੈ। ਇਹ ਉਹਨਾਂ ਦੀ ਪਟੀਸ਼ਨ ਦਾ 28 ਨੰਬਰ ਪੁਆਇੰਟ ਮੈਂ ਪੜ੍ਹ ਰਿਹਾ। In view of the above, the writ petition is being filed seeking closure of 10 thermal power plants till such time as they introduce the requisite technology and comply with the emission norms laid down. ਇਸ ਤੋਂ ਅੱਗੇ ਵੀ ਹੈ, ਹੋਰ ਵੀ ਥਾਵਾਂ ਦੇ ਉੱਤੇ ਇਹਦਾ ਮੈਂਸ਼ਨ ਹੈ। ਔਰ ਇਹ 4 ਥਰਮਲ ਪਲਾਂਟ ਇਹਦੇ ਵਿੱਚੋਂ ਇਹ ਸਾਡੇ ਪੰਜਾਬ ਦੇ ਆ, ਲਹਿਰਾ, ਰੋਪੜ ਦਾ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ, ਤਲਵੰਡੀ ਸਾਬੋ ਦਾ ਪਲਾਂਟ ਤੇ ਰਾਜਪੁਰਾ। ਆ ਦੋਵੇਂ ਪੈਸੇ ਦੇਣ ਵਾਲੇ ਵੀ ਇਹਦੇ ਵਿੱਚ ਹੀ ਆ, ਰਾਜਪੁਰੇ ਵਾਲਾ ਵੀ ਤੇ ਦੂਜਾ ਵੀ, ਤੇ 6 ਜਿਹੜੇ ਆ ਉਹ ਹੋਰ ਆ ਉਹਦੇ ਵਿੱਚ ਯੂਪੀ ਦੇ ਤੇ ਹਰਿਆਣੇ ਦੇ, ਪਾਣੀਪਤ ਵਾਲਾ ਵੀ ਆ, ਯਮੁਨਾ ਨਗਰ ਵਾਲਾ ਵੀ ਆ, ਦਾਦਰੀ ਵਾਲਾ ਵੀ ਆ, ਹੋਰ ਯੂਪੀ ਦੇ ਪਲਾਂਟ ਉਹਦੇ ਵਿੱਚ ਉਹ ਸ਼ਾਮਲ ਆ। ਔਰ ਐਂਡ ਦੇ ਉੱਤੇ ਵੀ ਜਿਹੜੀ ਆ ਇਹ ਜਿਹੜੇ ਪਲਾਂਟ ਆ ਅਸੀਂ ਪੋਲਿਊਸ਼ਨ ਦੇ ਜਿਹੜੇ ਕੰਟਰੋਲ ਕਰਨ ਦੇ ਅਗੇਂਸਟ ਨਹੀਂ ਆ। ਇੰਡਸਟਰੀ ਨੂੰ ਸਮੇਂ-ਸਮੇਂ ਪੋਲਿਊਸ਼ਨ ਦੀਆਂ ਜਿਹੜੀਆਂ ਕੰਡੀਸ਼ਨਸ ਆ ਕੰਪਲਾਈ ਕਰਨ ਵਾਸਤੇ ਗਵਰਨਮੈਂਟਾਂ
ਹਮੇਸ਼ਾ ਕੋਸ਼ਿਸ਼ ਕਰਨੀਆਂ ਚਾਹੀਦੀਆਂ, ਪਰ ਇਹੋ ਜਿਹਾ ਹਾਰਸ਼ ਡਿਸੀਜਨ ਨਹੀਂ ਕਿ ਇੱਕ ਪਾਸੇ ਆਲਰੇਡੀ ਕ੍ਰਾਈਸਿਸ ਹੈ ਔਰ ਜਿਹੜਾ এনवायरमेंट ਮਿਨਿਸਟਰੀ ਹੈ ਉਹਨਾਂ ਨੇ ਪ੍ਰੋਪਰਲੀ ਉਹਨਾਂ ਦਾ ਟਰਮ ਐਕਸਟੈਂਡ ਕੀਤੀ ਹੋਈ ਹੈ। ਜਿਹੜਾ ਕੰਸਰਨ ਡਿਪਾਰਟਮੈਂਟ ਆ ਤੁਸੀਂ ਉਸ ਤੋਂ ਵੀ ਵੱਧ ਕੰਸਰਨਡ ਹੋ। ਜਿਹੜੀ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟ ਉਹਨੇ ਜਿਹੜੀ ਹੈਗੀ ਆ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਉਸ ਨੋਟੀਫਿਕੇਸ਼ਨ ਨੂੰ ਵੀ ਰੱਦ ਕਰਨ ਦੀ ਤੁਸੀਂ ਗੱਲ ਕਰ ਰਹੇ ਹੋ। ਕੁਐਸ਼ ਐਂਡ ਸੈਟ ਅਸਾਈਡ ਦੀ ਨੋਟੀਫਿਕੇਸ਼ਨ ਨੰਬਰ so and so issued by Ministry of Environment and Forest amending extending the timelines for complying with the emission norms। ਤੁਸੀਂ ਦਿੱਲੀ ਸੰਭਾਲ ਨਹੀਂ ਸਕਦੇ ਆਪਣਾ ਉੱਥੇ ਤੁਹਾਡਾ ਜਿਹੜਾ ਪੋਲਿਊਸ਼ਨ ਹੈ ਚਾਹੇ ਵਹੀਕੂਲਰ ਪੋਲਿਊਸ਼ਨ ਹੈ ਚਾਹੇ ਨਾਇਜ਼ ਪੋਲਿਊਸ਼ਨ ਹੈ ਚਾਹੇ 에ਅਰ ਪੋਲਿਊਸ਼ਨ ਹੈ ਚਾਹੇ ਇੰਡਸਟਰੀਅਲ ਪੋਲਿਊਸ਼ਨ ਹੈ ਉਹ ਤੁਹਾਡੇ ਕੋਲੇ ਰੁਕਦਾ ਨਹੀਂ ਹੈ। ਤੇ ਇਹ ਨਵੇਂ ਤਰੀਕੇ ਦੀ ਇੱਕ ਐਡਮਿਨਿਸਟ੍ਰੇਸ਼ਨ ਸ਼ੁਰੂ ਹੋ ਗਈ ਵੀ ਦੂਜੀਆਂ ਸਟੇਟਾਂ ਦੇ ਵਿੱਚ ਜੋ ਚੱਲ ਰਿਹਾ ਉਹਦਾ ਤੁਸੀਂ ਜਾ ਕੇ ਦਿੱਲੀ ਬੈਠੇ ਹੋ ਤੇ ਸੌਖਾ ਕੰਮ ਹੈ ਵੀ ਸੁਪਰੀਮ ਕੋਰਟ ਤੋਂ ਸਟੇ ਲੈ ਕੇ ਉਹਨਾਂ ਦਾ ਪੱਠਾ ਬਿਠਾ ਦਿਓ। ਇਸ ਕਰਕੇ ਇਹ ਦੋਨਾਂ ਦਾ ਐਕਸ਼ਨ ਬੈਲਾਫਾਈਡ ਹੈ। ਇੱਕ ਤਾਂ ਮੈਂ ਰਿਕੁਐਸਟ ਕਰਦਾ ਗਵਰਨਰ ਸਾਹਿਬ ਨੂੰ ਦੁਬਾਰਾ ਤੁਹਾਡੇ ਰਾਹੀਂ ਅਸੀਂ ਤਾਂ ਲਿਖਤੀ ਰੂਪ ਦੇ ਵਿੱਚ 2020 ਦਾ ਲਿਖ ਕੇ ਦਿੱਤਾ ਹੋਇਆ, ਹੁਣ ਹੋਰ ਸਬੂਤ ਆ ਗਏ। ਇਹ ਸਾਰੇ ਇਸ਼ੂ ਦੀ ਜਿਹੜੀ ਹੈ ਉਹ ਸੀਬੀਆਈ ਇਨਕੁਆਇਰੀ ਜਿਹੜੀ ਹੈ ਉਹ ਕਰਾਈ ਜਾਏ ਔਰ ਪੰਜਾਬ ਦੀ ਮੈਂ ਆਪ ਦੀ ਲੀਡਰਸ਼ਿਪ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੇਜਰੀਵਾਲ ਦੀ ਝੋਲੀ ਪੈਣਾ ਬੰਦ ਕਰ ਦਿਓ। ਅੱਗੇ ਐਸਵਾਈਐਲ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਨਾਲ ਫਰਾਡ ਕੀਤਾ, ਧੋਖਾ ਕੀਤਾ, ਵਿਸ਼ਵਾਸਘਾਤ ਕੀਤਾ, ਖਿਲਾਫ ਐਫੀਡੇਵਿਟ ਫਾਈਲ ਕੀਤਾ, ਤੁਸੀਂ ਡਟ ਕੇ ਉਹਦੇ ਨਾਲ ਖੜੇ ਰਹੇ। ਉਸ ਤੋਂ ਬਾਅਦ ਕਿਸਾਨਾਂ ਵਾਲੇ ਮਾਮਲੇ ਦੇ ਵਿੱਚ ਬਹੁਤ ਵੱਡੀਆਂ ਹੇਰਾਫੇਰੀਆਂ ਧੋਖੇਬਾਜ਼ੀਆਂ ਕੀਤੀਆਂ, ਤੁਸੀਂ ਫਿਰ ਕੇਜਰੀਵਾਲ ਦੇ ਹੱਕ 'ਚ ਖੜੇ ਰਹੋ। ਕੋਈ ਥਾਂ ਨਹੀਂ ਤੁਸੀਂ ਉਹਦੇ ਗੁਣ ਗਾਉਣੋਂ ਨਹੀਂ ਹਟਦੇ, ਸਿਰਫ ਤੁਹਾਨੂੰ ਇੱਕ ਟਿਕਟ ਚਾਹੀਦੀ ਆ ਪਰ ਉਹਦੇ ਕਰਕੇ ਤੁਸੀਂ ਪੰਜਾਬ ਦੇ ਹਿੱਤ ਵਿੱਚੋਂ ਨਾ। ਇਸ ਕਰਕੇ ਹੁਣ ਮੈਂ ਪਟੀਸ਼ਨ ਪੜ੍ਹ ਦਿੱਤੀ ਹੈ। ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਦੁਬਾਰਾ ਉੱਥੇ ਫੋਨ ਕਰਕੇ ਪੁੱਛੋ ਕਿ ਵਾਰਡ ਕਲੋਜ਼ਰ ਲਿਖਿਆ ਹੋਇਆ ਤੁਸੀਂ ਬੰਦ ਕਰਾਉਣ ਵਾਸਤੇ ਪਟੀਸ਼ਨ ਪਾਈ ਸੀ। ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਕਹਿ ਕੇ ਕਿ ਕੀ ਮਜ਼ਾਕ ਹੈ ਕਿ ਹਾਸੋ ਹੀ ਨਹੀਂ ਗੱਲ ਹੈ, ਉਹਨਾਂ ਨੇ ਵਾਪਸ ਕਰ ਦਿੱਤੀ ਕਿ ਇਸ ਤਰੀਕੇ ਕੰਮ ਨਹੀਂ ਹੁੰਦੇ ਕਿ ਇੱਕ ਸਟੇਟ ਗਵਰਨਮੈਂਟ ਦੂਜੀਆਂ ਸਟੇਟ ਗਵਰਨਮੈਂਟਾਂ ਦੇ ਬਾਰੇ 'ਚ ਆ ਕੇ ਕਹਿ ਦੇਵੇ ਕਿ ਜਿਹੜੇ ਆ ਤੁਸੀਂ ਆਹ ਆਰਡਰ ਪਾਸ ਕਰ ਦਿਓ। ਇਸ ਲਈ ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ, ਪਰ ਇਹਨਾਂ ਦੋਨਾਂ ਦੀ ਜਿਹੜੀ ਮਾੜੀ ਨੀਤੀ ਹੈ ਉਹ ਜ਼ਰੂਰ ਸਾਰਿਆਂ ਦੇ ਸਾਹਮਣੇ ਆਈ ਹੈ। ਕੋਈ ਕੁਐਸਚਨ ਹੋਵੇ ਤੁਹਾਡਾ ਤੇ ਜਿਹੜੀ ਪਾਵਰ ਪਰਚੇਜ਼ ਐਗਰੀਮੈਂਟ ਦੇ ਵਿੱਚ ਜਿਹੜਾ ਕੰਪਨੀਆਂ ਨੂੰ ਬੈਨੀਫਿਟ ਦਿੱਤੇ ਗਏ ਗਲਤ 4100 ਕਰੋੜ ਰੁਪਏ ਦਿੱਤਾ, ਪਹਿਲਾਂ 2500 ਕਰੋੜ ਰੁਪਏ ਇਹਨਾਂ ਨੂੰ ਨਾਭਾ ਪਾਵਰ ਪਲਾਂਟਸ ਨੂੰ ਵਾਸ਼ਿੰਗ ਚਾਰਜ ਦਿੱਤੇ, 2500 ਪਲੱਸ ਉਸ ਤੋਂ ਬਾਅਦ ਦਿੱਤੇ ਜਾ ਰਹੇ ਆ ਕਿਉਂਕਿ ਉਹ ਤਾਂ ਜਦੋਂ ਐਕਸੈਪਟ ਕਰ ਲਿਆ ਤੁਸੀਂ, ਉਹ ਤਾਂ ਵਿਦ ਏਰੀਅਰ ਸੀਗਾ ਉਦੋਂ ਪਿਛਲਾ, ਉਸ ਤੋਂ ਬਾਅਦ ਲਗਾਤਾਰ ਦਿੱਤੇ ਜਾ ਰਹੇ। ਇੱਕ ਛੋਟਾ ਜਿਹਾ ਨਹੀਂ ਹੈ ਨੁਕਸਾਨ ਜਿਹੜਾ ਰੌਲਾ ਪਾਉਂਦੇ ਸਿੱਧੂ ਸਾਹਿਬ ਵੀ ਬਾਕੀ ਵੀ, ਜਿਹੜੀ ਅਸਲੀ ਗੱਲ ਵਾਲੇ ਪਾਸੇ ਕੋਈ ਧਿਆਨ ਨਹੀਂ ਕਰਦਾ। ਇੱਥੇ ਕਿਉਂ ਚੁੱਪ ਨੇ? ਔਰ ਦੂਜਾ, ਜਿਸ ਕੰਪਨੀ ਦੇ ਬਾਰੇ 'ਚ ਤੁਸੀਂ ਇੰਨੇ ਐਲੀਗੇਸ਼ਨ ਲਾ ਰਹੇ ਸੀ ਉਹਦੇ ਤੋਂ ਤੁਸੀਂ ਪਾਰਟੀ ਫੰਡ ਕਿਉਂ ਐਕਸੈਪਟ ਕੀਤਾ? ਮੈਂ ਕਿਹਾ ਕਿ ਮੈਨੂੰ ਪਾਰਟੀ ਫੰਡ ਕਿਸੇ ਨੂੰ ਦੇਣ ਤੋਂ ਇਤਰਾਜ਼ ਨਹੀਂ ਹੈ, ਪਰ ਜਿਸ ਕੰਪਨੀ ਦੇ ਤੁਸੀਂ ਇੰਨੇ ਜ਼ਿਆਦਾ ਕੁਐਸਚਨ ਖੜੇ ਕੀਤੇ ਉਹਨਾਂ ਤੋਂ ਤੁਸੀਂ ਇੰਨੇ ਕਰੋੜ ਰੁਪਇਆ ਕਿਉਂ ਲਿਆ? ਥੈਂਕ ਯੂ ਜੀ। ਠੀਕ ਹੈ ਜੀ।